8th क्लास ਆਪਾਂ 7 ਚੈਪਟਰ ਕਰਨ ਜਾ ਰਹੇ ਹਾਂ। ਘਣ ਅਤੇ ਘਣਮੂਲ ਜਿਹਦਾ ਨਾਮ ਹੈ ਪੰਜਾਬੀ ਵਿੱਚ ਇਹਨੂੰ ਘਣ ਅਤੇ ਘਣਮੂਲ ਕਿਹਾ ਜਾਂਦਾ ਹੈ, ਪਰ ਇੰਗਲਿਸ਼ ਵਿੱਚ ਕਿਊਬ ਅਤੇ ਕਿਊਬ ਰੂਟ ਕਿਹਾ ਜਾਂਦਾ ਹੈ। ਘਣ ਕੀ ਹੁੰਦਾ, ਜਿਵੇਂ ਆਪਾਂ ਸਕੁਏਅਰ ਕੀਤਾ ਸੀ ਉੱਦਾਂ ਹੀ ਘਣ ਹੁੰਦਾ। ਕਿਸੇ ਰਕਮ ਨੂੰ 2 ਵਾਰੀ ਗੁਣਾ ਕਰਦੇ ਹਾਂ ਅਤੇ ਇਹਨੂੰ ਸਕੁਏਅਰ ਕਹਿੰਦੇ, ਇੱਕ ਦਾ ਸਕੁਏਅਰ। ਅਤੇ ਇੱਕ ਨੂੰ ਇੱਕ ਨਾਲ ਗੁਣਾ ਕਰਕੇ ਇੱਕ ਆਉਂਦਾ ਸੀ, ਲੇਕਿਨ ਇੱਕ ਦਾ ਘਣ ਕੀ ਹੋਏਗਾ, ਕਿਊਬ। ਕਿਸੇ ਰਕਮ ਨੂੰ ਜਦੋਂ 3 ਵਾਰ ਗੁਣਾ ਕਰਦੇ ਹਾਂ ਅਤੇ ਕਿਹਦੇ ਬਰਾਬਰ ਹੁੰਦਾ, ਇੱਕ ਦੇ ਸਿਰ ਦੇ ਉੱਤੇ ਘਾਤ ਆਪਾਂ ਕਿੰਨੀ ਪਾਉਣੀ ਹੁੰਦੀ ਹੈ, 3, ਅਤੇ ਇਹ ਵੀ 1 ਹੁੰਦਾ। ਇਸੇ ਤਰ੍ਹਾਂ ਹੀ ਜਿਵੇਂ ਆਪਾਂ 2 ਗੁਣਾ 2 ਕੀਤਾ ਸੀ, 2 ਸਕੁਏਅਰ, ਤਾਂ ਇਹਦਾ ਕੀ ਹੁੰਦਾ ਹੈ, 4। ਅਤੇ ਇਸੇ ਤਰ੍ਹਾਂ ਹੀ 2 ਦਾ ਘਣ ਕੀ ਹੋਏਗਾ, ਜਿਹਦੀ ਆਪਾਂ ਮੇਨ ਗੱਲ ਕਰਨੀ ਹੈ, 2 ਗੁਣਾ 2 ਗੁਣਾ 2, 2 ਕਿਊਬ। ਇਹਨੂੰ ਆਪਾਂ ਲਿਖਾਂਗੇ 2 ਦੂਣੀ 4, 4 ਦੂਣੀ 8। ਇਸ ਤਰ੍ਹਾਂ ਅਸੀਂ ਘਣ ਸਾਰੀ ਰਕਮਾਂ ਦਾ ਜਿੱਥੇ ਤੱਕ ਚਾਹੋ ਲਿਖ ਸਕਦੇ ਹੋ। ਵੈਸੇ ਤੁਸੀਂ ਕੋਸ਼ਿਸ਼ ਕਰਨੀ ਹੈ ਬੇਟੇ 20 ਤੱਕ ਦੇ ਘਣ ਜਿਹੜੇ ਆ ਤੁਹਾਨੂੰ ਯਾਦ ਹੋ ਜਾਣੇ ਚਾਹੀਦੇ ਹੈ। ਦੇਖੋ 20 ਦਾ ਘਣ ਕੀ ਹੋਏਗਾ, 2 ਦੂਣੀ 4, 4 ਦੂਣੀ 8। ਉਸ ਤੋਂ ਬਾਅਦ ਕਿੰਨੀ ਜ਼ੀਰੋ ਹੈ, 3 ਜ਼ੀਰੋ ਹੈ, 8000 ਹੁੰਦਾ। ਇਹਦਾ ਮਤਲਬ 20 ਦਾ ਘਣ ਕੀ ਹੁੰਦਾ ਹੈ, 8000। ਉਸ ਤੋਂ ਬਾਅਦ ਇੱਕ ਲਾਈਨ ਵਿੱਚ ਯਾਦ ਰੱਖਣੀ ਹੈ, ਟਾਂਗ ਸੰਖਿਆ ਦਾ ਘਣ ਟਾਂਗ ਸੰਖਿਆ ਹੁੰਦੀ ਹੈ। ਟਾਂਗ ਸੰਖਿਆ ਦਾ ਘਣ ਕਿਹੜੀ ਸੰਖਿਆ ਹੁੰਦੀ ਹੈ, ਟਾਂਗ ਹੀ ਹੁੰਦੀ ਹੈ। ਮਤਲਬ ਔਡ ਨੰਬਰ ਦਾ ਕਿਊਬ ਕੀ ਹੁੰਦਾ ਹੈ, ਔਡ ਨੰਬਰ ਹੀ ਹੁੰਦਾ ਹੈ। ਅਤੇ ਈਵਨ ਨੰਬਰ ਦਾ ਕਿਊਬ ਈਵਨ ਨੰਬਰ ਹੋਏਗਾ। ਈਵਨ ਨੰਬਰ ਦਾ ਕਿਊਬ ਵੀ ਈਵਨ ਹੋਏਗਾ। ਜਿਵੇਂ ਤੁਸੀਂ ਦੇਖ ਰਹੇ ਹੋ, ਇੱਕ ਜਿਹੜੀ ਹੈ ਔਡ ਨੰਬਰ ਹੈ ਤਾਂ ਇਹਦਾ ਕਿਊਬ ਵੀ ਔਡ ਨੰਬਰ ਹੈ, ਅਤੇ 2 ਜਿਹੜੀ ਹੈ ਇਹ ਈਵਨ ਨੰਬਰ ਹੈ ਅਤੇ ਇਹਦਾ ਕਿਊਬ ਵੀ ਈਵਨ ਹੈ, 8। ਈਵਨ ਔਡ ਤੁਹਾਨੂੰ ਪਤਾ ਹੈ, ਜਿਹੜੇ 2 ਦੇ ਪਹਾੜੇ 'ਚ ਆਉਂਦੇ ਹੈ ਉਹਨਾਂ ਨੂੰ ਅਸੀਂ ਈਵਨ ਕਹਿੰਦੇ ਹਾਂ। ਜਿਸ ਸੰਖਿਆ ਦਾ ਘਣ ਵੀ ਜਿਸ ਹੀ ਹੁੰਦਾ ਹੈ। ਇਹ ਕੁਝ ਗੱਲਾਂ ਜਿਹੜੀ ਬੇਸਿਕ ਸੀ, ਇਹਦਾ ਧਿਆਨ ਰੱਖਣਾ ਹੈ। ਹੁਣ ਤੁਹਾਨੂੰ ਇਕਾਈ ਦਾ ਅੰਕ ਪੁੱਛਿਆ ਜਾ ਸਕਦਾ ਹੈ। ਮੰਨ ਲਓ 23 ਦਾ ਘਣ ਦਾ ਇਕਾਈ ਅੰਕ ਦੱਸੋ, ਤਾਂ ਤੁਸੀਂ ਕੀ ਕਰਨਾ, 23 ਦੇ ਘਣ ਦਾ ਇਕਾਈ ਅੰਕ ਪਤਾ ਕਰਨ ਲਈ ਪਿਛਲਾ ਅੱਖਰ ਕਿਹੜਾ ਹੈ, 3। 3 ਗੁਣਾ 3 ਗੁਣਾ 3 ਕਰਕੇ ਦੇਖ ਲੈਣਾ, 3 ਤੀਆ 9 ਤੀਆ 27, ਤਾਂ ਪਿੱਛੇ ਕਿੰਨਾ ਆ ਗਿਆ, 7। ਇਹਦਾ ਮਤਲਬ 23 ਦੇ ਘਣ ਦਾ ਇਕਾਈ ਅੰਕ ਕਿੰਨਾ ਹੋਏਗਾ, 7। मतलब यूनिट्स प्लेस पे डिजिट कौन सा आएगा, 7। ਇਹਦੇ ਵਿੱਚ ਇਹੀ ਪੁੱਛਿਆ ਜਾ ਸਕਦਾ ਹੈ, ਕੋਈ ਵੀ ਰਕਮ ਦਿੱਤੀ ਜਾ ਸਕਦੀ ਹੈ। 104 ਦੇ ਘਣ ਦਾ ਦੱਸੋ ਇਕਾਈ ਅੰਕ ਕੀ ਹੋਏਗਾ। ਲਾਸਟ ਡਿਜਿਟ ਪੁੱਛਿਆ ਜਾਏਗਾ ਵੀ ਜਿਹੜਾ ਜਦੋਂ ਅਸੀਂ 3 ਵਾਰੀ ਗੁਣਾ ਕਰਾਂਗੇ ਇਹਨੂੰ 23 ਨੂੰ 23 ਗੁਣਾ 23 ਗੁਣਾ 23 ਕਰਾਂਗੇ ਤਾਂ ਐਂਡ ਵਿੱਚ ਕਿਹੜਾ ਅਕਸ਼ਰ ਕਿਹੜਾ ਆਏਗਾ, ਆਨਸਰ ਕਿੱਥੇ ਖਤਮ ਹੋਏਗਾ। ਤਾਂ ਇਸੇ ਤਰ੍ਹਾਂ ਹੀ ਇਹ ਹੈ 4 × 4 × 4, 4 ਚੌਕੇ 16 ਚੌਕੇ 64, 4। ਇਹਦਾ ਮਤਲਬ 4 ਦਾ ਘਣ ਵੀ ਦੇ ਐਂਡ ਦਾ ਇਕਾਈ ਅੱਖਰ ਵੀ 4 ਹੁੰਦਾ ਹੈ। ਇਸ ਤਰ੍ਹਾਂ ਤੁਹਾਨੂੰ ਇਹਦੇ ਬਾਰੇ ਸਵਾਲ ਪੁੱਛਿਆ ਜਾ ਸਕਦਾ ਹੈ, ਲੇਕਿਨ ਮੇਨ ਗੱਲ ਹੈ ਆਪਣੀ ਕਿਊਬ ਰੂਟ ਦੀ। ਕਿਊਬ ਰੂਟ ਘਣਮੂਲ। ਘਣਮੂਲ ਕੀ ਹੈ, ਜਦੋਂ ਕਿਸੇ ਸੰਖਿਆ ਦਾ ਕਿਊਬ ਕੱਢਿਆ ਜਾਂਦਾ, ਆਪਾਂ ਇਹਨੂੰ ਇੱਕ ਕਿਊਬ ਲਿਖ ਲੈਂਦੇ, ਇਹਦਾ ਉੱਤਰ ਕਿੰਨਾ ਆ ਜਾਂਦਾ ਹੈ, 1। ਤਾਂ ਜਦੋਂ ਅਸੀਂ ਕਿਊਬ ਨੂੰ ਦੂਜੇ ਪਾਸੇ ਲੈ ਜਾਂਦੇ ਹਾਂ ਤਾਂ ਇੱਥੇ ਕੀ ਬਣ ਜਾਏਗਾ, ਕਿਊਬ ਰੂਟ। ਤਾਂ ਇੱਥੇ ਕੀ ਆ ਜਾਏਗਾ, ਘਣਮੂਲ। ਇੱਥੇ 3 ਪਾਉਣਾ ਪਏਗਾ। ਵਰਗਮੂਲ 'ਚ ਅਸੀਂ ਇੱਥੇ ਵਰਗ ਪਾਉਂਦੇ ਸੀਗੇ, ਇੱਥੇ 2 ਨਹੀਂ ਸੀ ਲਿਖਦੇ, ਪਰ ਘਣਮੂਲ 'ਚ ਇੱਥੇ 3 ਪਾਉਣਾ ਪਏਗਾ ਅਤੇ ਇੱਥੇ 1 ਆ ਜਾਏਗਾ, ਅਤੇ ਇਹਦਾ ਉੱਤਰ ਕਿੰਨਾ ਆ ਜਾਏਗਾ, 1। ਇਸੇ ਤਰ੍ਹਾਂ ਹੀ ਤੁਸੀਂ ਦੇਖ ਸਕਦੇ ਹੋ 2 ਦਾ ਕਿਊਬ ਕੀ ਸੀ, ਆਪਾਂ 2 ਦਾ ਕਿਊਬ ਕੀਤਾ ਸੀ, 2 ਦੂਣੀ 4, 4 ਦੂਣੀ 8, 2 ਨੂੰ 3 ਵਾਰੀ ਗੁਣਾ ਕਰਕੇ ਆਪਾਂ ਕੱਢਿਆ ਸੀ 8। ਅਤੇ ਅਸੀਂ ਘਣ ਨੂੰ ਇਹ ਦੂਜੇ ਪਾਸੇ ਲੈ ਕੇ ਜਾਈਏ, 8 ਦਾ ਘਣਮੂਲ ਕੀ ਹੋਏਗਾ, ਇਹਦੇ ਬਰਾਬਰ 2। ਮਤਲਬ ਜੋ ਕਿਊਬ ਇੱਧਰ ਜਾਏਗਾ ਤਾਂ ਘਣਮੂਲ ਬਣ ਜਾਏਗਾ, ਕਿਊਬ ਰੂਟ ਬਣ ਜਾਏਗਾ। ਤਾਂ ਇਸੇ ਤਰ੍ਹਾਂ ਹੀ ਤੁਸੀਂ ਜਿਵੇਂ 3 ਗੁਣਾ 3 ਗੁਣਾ 3, 3 ਦਾ ਕਿਊਬ ਕਿੰਨਾ ਹੋ ਗਿਆ, 27, ਅਤੇ 27 ਦਾ ਘਣਮੂਲ ਕਿੰਨਾ ਹੋ ਗਿਆ, 3।
ਇਹ ਜਿਹੜੀ ਰਕਮਾਂ ਨੇ ਇਹਨਾਂ ਦਾ ਅਸੀਂ ਆਰਾਮ ਨਾਲ ਪਤਾ ਸਕਦੇ, ਇਹਨਾਂ ਨੂੰ ਪੂਰਨ ਘਨ ਸੰਖਿਆਵਾਂ ਕਹਿੰਦੇ ਆ। 1 8 27 ਜਿਹੜੀ 3 ਵਾਰ ਸੇਮ ਰਕਮਾਂ ਨੂੰ ਗੁਣਾ ਕਰਕੇ ਬਣੀ ਹੁੰਦੀ ਹੈ, ਇਹਨਾਂ ਨੂੰ ਆਪਾਂ ਪੂਰਨ ਘਨ ਸੰਖਿਆ ਕਹਿੰਦੇ, ਪਰਫੈਕਟ ਕਿਊਬ ਨੰਬਰਸ। ਪੂਰਨ ਘਨ ਸੰਖਿਆਵਾਂ, ਤਾਂ ਹੀ ਤੁਹਾਨੂੰ ਮੈਂ ਕਿਹਾ 20 ਤੱਕ ਦੇ ਤੁਹਾਨੂੰ ਪੂਰਨ ਘਨ ਸੰਖਿਆਵਾਂ ਪਤਾ ਹੋਣੀ ਚਾਹੀਦੀ। ਜਿਵੇਂ ਪੂਰਕ ਵੰਡ ਸੰਖਿਆਵਾਂ ਸੀ, ਉੱਦਾਂ ਹੀ ਪੂਰਨ ਘਨ ਸੰਖਿਆਵਾਂ ਹੁੰਦੀਆਂ ਹਨ। ਹੁਣ ਆਪਣਾ ਮੇਨ ਸਵਾਲ ਹੈ ਇਸ ਲੈਸਨ ਦੇ ਵਿੱਚ ਆਉਂਦਾ ਕਿ ਅਸੀਂ ਘਣ ਮੂਲ ਕਿਵੇਂ ਪਤਾ ਕਰੀਏ। ਛੋਟੀ ਰਕਮਾਂ ਦਾ ਤਾਂ ਅਸੀਂ ਮੂੰਹ ਚੋਂ ਨਹੀਂ ਦੱਸ ਸਕਦੇ। 27 ਦਾ ਘਣ ਮੂਲ 3 ਹੈ, 8 ਦਾ ਘਣ ਮੂਲ 2 ਹੈ, 1 ਦਾ ਘਣ ਮੂਲ 1 ਹੀ ਹੁੰਦਾ। ਪਰ ਵੱਡੀ ਸੰਖਿਆਵਾਂ ਦਾ ਕਿਵੇਂ ਪਤਾ ਕਰਨਾ, ਇਹਦੇ ਲਈ ਆਪਣੇ ਕੋਲ ਜਿਹੜੀ ਘਣ ਮੂਲ ਪਤਾ ਕਰਨ ਦੀ ਵਿਧੀ ਕਿਹੜੀ ਹੈ, ਅਭਾਜ ਗੁਣਨਖੰਡ ਵਿਧੀ ਰਾਹੀਂ। ਅਭਾਜ ਗੁਣਨਖੰਡ ਵਿਧੀ। ਘਣ ਮੂਲ ਪਤਾ ਕਰਨ ਦੀ ਕਿਹੜੀ ਵਿਧੀ ਹੁੰਦੀ ਹੈ ਬੇਟਾ? ਇੱਕੋ ਵਿਧੀ ਹੁੰਦੀ ਹੈ। ਜਦ ਕਿ ਵਰਗਮੂਲ ਪਤਾ ਕਰਨ ਦੀ 3 ਵਿਧੀਆਂ ਸੀ। ਕਿਊਬ ਰੂਟ ਪਤਾ ਕਰਨ ਦੀ ਕਿਹੜੀ ਵਿਧੀ ਹੈ? ਪ੍ਰਾਈਮ ਫੈਕਟਰਾਈਜੇਸ਼ਨ ਮੈਥਡ। ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਰਾਹੀਂ ਅਸੀਂ ਘਣ ਮੂਲ ਪਤਾ ਕਰ ਸਕਦੇ ਹਾਂ। ਆਓ ਇਹਦੇ ਸੰਬੰਧਿਤ ਹੁਣ ਅਸੀਂ ਸਵਾਲ ਹੱਲ ਕਰਦੇ ਹਾਂ। ਦੇਖੋ, ਅਸੀਂ ਪਹਿਲਾ ਸਵਾਲ ਹੈ ਘਣ ਮੂਲ ਪਤਾ ਕਰਨਾ 15,625 ਦੇ 13,824 ਦਾ। ਸਭ ਤੋਂ ਪਹਿਲਾਂ ਘਣ ਮੂਲ ਦਾ ਨਿਸ਼ਾਨ ਪਾ ਕੇ 15,625 ਲਿਖ ਲਿਆ। ਉਸ ਤੋਂ ਬਾਅਦ 15,625 ਲਿਖ ਕੇ ਪ੍ਰਾਈਮ ਫੈਕਟਰਾਈਜੇਸ਼ਨ, ਸਭ ਤੋਂ ਪਹਿਲਾਂ ਐਂਡ ਵਾਲਾ ਅੱਖਰ 5 ਦੇ ਪਹਾੜੇ 'ਚ ਆਉਂਦਾ ਹੈ, ਤਾਂ 5 ਨਾਲ ਹੀ ਮੈਂ ਡਿਵਾਈਡ ਕਰਨਾ ਸ਼ੁਰੂ ਕਰਤਾ। ਮੈंने ਜਦੋਂ 5 ਨਾਲ ਡਿਵਾਈਡ ਕੀਤਾ 5 ਤੀਏ 15 ਕਰਕੇ, ਅਤੇ ਉਸ ਤੋਂ ਬਾਅਦ 6 ਉਤਾਰਿਆ, 5 ਏਕਮ 5, ਇਸ ਤਰ੍ਹਾਂ ਮੈਂ ਪੂਰਾ ਡਿਵਾਈਡ ਕੀਤਾ ਤਾਂ 3125 ਉੱਤਰ ਆਇਆ। 3125 ਆਉਣ ਦੇ ਨਾਲ ਜਦੋਂ ਮੈਂ ਦੇਖਿਆ ਇਹਦਾ ਅਖੀਰਲਾ ਅੱਖਰ 5 ਨਾਲ 5 ਦੇ ਪਹਾੜੇ 'ਚ ਆਉਂਦਾ, ਤਾਂ ਫਿਰ ਮੈਂ ਵੀ ਇਹਨੂੰ ਫਿਰ ਇੱਥੇ 5 ਨਾਲ ਡਿਵਾਈਡ ਕੀਤਾ। ਜਦੋਂ 3125 ਨੂੰ ਮੈਂ 5 ਨਾਲ ਡਿਵਾਈਡ ਕੀਤਾ, ਤੁਸੀਂ ਕਰਕੇ ਦੇਖ ਸਕਦੇ ਹੋ, ਤਾਂ ਤੁਹਾਡੇ ਕੋਲ 625 ਆ ਜਾਏਗਾ। 5 ਛਿੱਕਾ 30 ਆ ਜਾਏਗਾ। ਉਸ ਤੋਂ ਬਾਅਦ 1 ਉਤਰੇਗਾ, ਉਸ ਤੋਂ ਬਾਅਦ 2, 5 दूनी 10, फिर 2, ਉਸ ਤੋਂ ਬਾਅਦ 5 ਉਤਾਰੋਗੇ, 5 5 25। ਦੇਖੋ 625 ਆ ਗਿਆ। ਫਿਰ ਇਹਦਾ ਅਖੀਰਲਾ ਅੱਖਰ 5 ਦੇ ਪਹਾੜੇ ਜਾ ਰਿਹਾ ਸੀ, ਫਿਰ ਇੱਥੇ 5 ਨਾਲ ਅਸੀਂ ਡਿਵਾਈਡ ਕੀਤਾ ਤਾਂ 125 ਆ ਗਿਆ। ਫਿਰ ਇਹ ਅਖੀਰਲਾ ਅੱਖਰ 5 ਦੇ ਪਹਾੜੇ ਜਾ ਰਿਹਾ ਸੀ, ਤਾਂ ਫਿਰ ਮੈਂ 25 ਆ ਗਿਆ। ਤੁਸੀਂ ਭਾਗ ਕਰਕੇ ਦੇਖ ਸਕਦੇ, ਜਿਨ੍ਹਾਂ ਬੱਚਿਆਂ ਨੂੰ ਨਹੀਂ ਪਤਾ। ਫਿਰ 25 ਦੇਖਿਆ ਮੈਂ 5 ਦੇ ਪਹਾੜੇ 'ਚ ਆਉਂਦਾ, ਤਾਂ 5 5 25, ਅਤੇ ਫਿਰ 5 ਦੇ ਪਹਾੜੇ 5 ਏਕਮ 5। ਇਹਦਾ ਮਤਲਬ ਘਣ ਮੂਲ ਆਪਾਂ ਪਤਾ ਕਰਨਾ ਹੈ 15,625 ਦਾ। ਤਾਂ ਫਿਰ ਇੱਧਰ ਵੀ ਘਣ ਮੂਲ ਦਾ ਨਿਸ਼ਾਨ ਪਾ ਲਿਆ, ਅਤੇ 15,625 ਨੂੰ ਕਿੰਨੀ ਵਾਰ ਲਿਖ ਸਕਦੇ? 5 ਨੂੰ 1 2 3 4 5 6 ਵਾਰੀ 5 ਆਇਆ ਆਪਣੇ ਕੋਲ। 1 2 3 4 5 6 ਵਾਰੀ ਮੈਂ ਲਿਖ ਲਿਆ। ਤਾਂ ਘਣ ਮੂਲ ਦੇ ਵਿੱਚ ਆਪਾਂ ਵਰਗਮੂਲ 'ਚ ਡਬਲ ਦਾ ਪੇਅਰ ਕਰਕੇ ਕਰਦੇ ਸੀ। ਘਣ ਮੂਲ ਦੇ ਵਿੱਚ ਅਸੀਂ 3 3 ਦਾ 1 5 ਬਾਹਰ ਕੱਢਾਂਗੇ। ਆਹ 3 5 ਦਾ 1 5 ਬਾਹਰ, ਆਹ ਵਾਲੇ 3 5 ਦਾ ਘਣ ਮੂਲ 'ਚ ਕੋਈ ਵੀ ਰਕਮ ਬਾਹਰ ਆਉਣੀ ਹੈ ਤਾਂ 3 ਦਾ 1 ਬਾਹਰ ਆਏਗੀ, ਨਹੀਂ ਤਾਂ ਅੰਦਰ ਹੀ ਰਹੇਗੀ। ਤਾਂ 5 5 25। ਇਹਦਾ ਮਤਲਬ 15,625 ਦਾ ਘਣ ਮੂਲ ਕੀ ਹੈ? 25। ਇਹਦਾ ਮਤਲਬ 25 ਨੂੰ 3 ਵਾਰੀ ਗੁਣਾ ਕਰਕੇ ਹੀ 15,625 ਬਣਿਆ ਹੈ। ਇਹਦਾ ਮਤਲਬ 25 ਦਾ ਘਣ 15,625 ਅਤੇ 15,625 ਦਾ ਘਣ ਮੂਲ 25। ਇਜ਼ ਇਟ ਓਕੇ? ਇਸੇ ਤਰ੍ਹਾਂ ਹੀ ਇਹਦੇ ਨਾਲ ਦਾ ਸਵਾਲ ਹੈ 9125। 9125 ਜੋ ਮੈਂ ਐਂਡ ਵਾਲਾ ਦੇਖਿਆ ਅਕਸ਼ਰ 5 ਹੈ, 5 ਦੇ ਪਹਾੜੇ 'ਚ ਆਉਂਦਾ, ਤਾਂ ਮੈਨੂੰ 5 ਨਾਲ ਡਿਵਾਈਡ ਕੀਤਾ। ਆਹ ਦੇਖੋ ਮੈਂ 5 ਨਾਲ ਡਿਵਾਈਡ ਕੀਤਾ ਹੋਇਆ ਹੈ, ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਬੜੇ ਆਰਾਮ ਨਾਲ। ਜਿਨ੍ਹਾਂ ਬੱਚਿਆਂ ਨੂੰ ਨਹੀਂ ਡਿਵਾਈਡ ਕਰਨਾ ਆਉਂਦਾ ਉਹ ਆਪਣਾ ਚੈੱਕ ਕਰ ਸਕਦੇ ਇੱਥੋਂ। ਤਾਂ 18,225 ਆ ਗਿਆ। ਫਿਰ 5 ਨਾਲ ਡਿਵਾਈਡ ਕੀਤਾ ਤਾਂ 3645 ਆ ਗਿਆ। ਫਿਰ 5 ਨਾਲ, ਕਿਉਂਕਿ ਅਖੀਰਲਾ ਅੱਖਰ ਦੇਖੋ 5 ਆ ਰਿਹਾ ਹਲੇ। ਜਦੋਂ ਮੈਂ 5 ਨਾਲ ਡਿਵਾਈਡ ਕੀਤਾ 729 ਆ ਗਿਆ। ਬੇਟਾ 9 ਆ ਗਿਆ ਪਿੱਛੇ। ਹੁਣ 9 ਤਾਂ 5 ਦੇ ਟੇਬਲ 'ਚ ਨਹੀਂ ਆ ਗਿਆ, ਇੱਥੇ 5 ਨਹੀਂ ਸੀ ਆਉਣਾ, ਅਤੇ ਇੱਥੇ ਕੀ ਲਗਾਇਆ ਮੈਂ? ਫਿਰ 3 ਨਾਲ ਚੈੱਕ ਕੀਤਾ। 3 ਨਾਲ ਜਦੋਂ ਮੈਂ ਚੈੱਕ ਕੀਤਾ 729 ਤਾਂ 243 ਆ ਗਿਆ। ਫਿਰ ਇਹ ਮੈਨੂੰ ਕਿਵੇਂ ਪਤਾ ਲੱਗਿਆ 3 ਦੇ ਪਹਾੜੇ ਦੇ ਵਿੱਚ ਆਉਂਦੀ ਹੈ ਰਕਮ? ਦੇਖੋ ਤੁਸੀਂ ਇਹਨਾਂ ਦਾ ਅੰਕਾਂ ਜੋੜ ਕਰਕੇ ਦੇਖੋ, 4 3 7 ਅਤੇ 2 9। ਇਹਦੇ ਅੰਕਾਂ ਦਾ ਜੋੜ ਕਿੰਨਾ ਆ ਰਿਹਾ? 9। 9 3 ਦੇ ਪਹਾੜੇ 'ਚ ਆਉਂਦਾ, ਇਹਦਾ ਮਤਲਬ 3 ਨਾਲ ਡਿਵਾਈਡ ਹੋ ਜਾਊਗਾ। ਜੋ ਅਸੀਂ 243 ਨੂੰ 3 ਨਾਲ ਡਿਵਾਈਡ ਕਰੋਗੇ ਤਾਂ 81 ਆ ਜਾਏਗਾ। 81 8 ਜਮਾ 1 9। ਫਿਰ ਇਹ 3 ਨਾਲ ਡਿਵਾਈਡ ਕੀਤਾ 27 ਆ ਗਿਆ। ਫਿਰ 3 ਨਾਲ ਡਿਵਾਈਡ ਕੀਤਾ 9 ਆ ਗਿਆ। 9 ਤੀਆ 27, 27 ਤੀਆ 81, 81 ਤੀਆ 243, ਇਸ ਤਰ੍ਹਾਂ ਚੱਲਦੇ ਜਾਣਾ। 3 ਤੀਆ 9, 3 ਏਕਮ 3। ਤਾਂ ਆਪਾਂ ਘਣ ਮੂਲ ਪਤਾ ਕਰਨਾ ਸੀ ਕਿਹਦਾ? 91,625 ਦਾ।
तो इधरों भी घनमूल पा लिया, तो इधर भी राइट साइड पर भी घनमूल पा लिया बराबर बराबर। हुण घनमूल किहदा पता करना है? 91,625 ਨੂੰ। 91,625 ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ? ਕਿੰਨੀ ਵਾਰੀ 5 ਹੈ? 3 ਵਾਰੀ 5, 1 2 3 4 5 6 ਤੇ 6 ਵਾਰੀ 3 ਹੈ। 3 ਤੇ 3 6। ਹੁਣ ਤੁਸੀਂ ਦੇਖੋਗੇ 3 ਪੰਜਾਂ ਦਾ 1 5 ਬਾਹਰ, 3 ਤਿੰਨਾਂ ਦਾ 1 3 ਬਾਹਰ, ਗੁਣਾ ਪਾ ਦੇਣੀ ਸਾਰਿਆਂ ਵਿਚਕਾਰ। ਫਿਰ ਇਹ ਵਾਲੇ 3 ਦਾ 3 ਪੇਅਰ, 3 ਦਾ ਟ੍ਰਿਪਲੇਟ ਦਾ 1 3 ਬਾਹਰ। 15 5 ਤੀਆ 15, 15 ਤੀਆ 45। ਇਸ ਤਰ੍ਹਾਂ ਤੁਸੀਂ ਕਿਸੇ ਵੀ ਰਕਮ ਦਾ ਘਨਮੂਲ ਜਿਹੜਾ ਹੈ ਪਤਾ ਕਰ ਸਕਦੇ ਹੋ। ਇਸੇ ਤਰ੍ਹਾਂ ਹੀ 10,648 ਦਾ ਤੁਸੀਂ ਪਤਾ ਕਰ ਸਕਦੇ ਹੋ। ਆ ਦੇਖੋ 10,648 ਐਂਡ ਵਾਲਾ ਅਕਸ਼ਰ 2 ਦੇ ਪਹਾੜੇ 'ਚ ਆਉਂਦਾ, 2 ਨਾਲ ਪਹਿਲਾਂ ਡਿਵਾਈਡ ਕੀਤਾ 5 3 2 4, ਤਾਂ ਤੁਸੀਂ ਡਿਵਾਈਡ ਕਰਕੇ ਦੇਖ ਸਕਦੇ ਹੋ। ਆ ਦੇਖ ਲਓ 10,648, 2 5 10, ਉਸ ਤੋਂ ਬਾਅਦ ਉਤਾਰਿਆ 6, 2 ਤੀਆ 6, ਉਸ ਤੋਂ ਬਾਅਦ 4 ਉਤਾਰਿਆ 2 ਦੂਣੀ 4, ਉਸ ਤੋਂ ਬਾਅਦ 8 ਉਤਾਰਿਆ 2 ਚੌਕੇ 8, ਤਾਂ 5 3 2 4 ਆ ਗਿਆ ਸੀਗਾ ਬੇਟਾ। ਤੇ ਇਹਨੂੰ ਫਿਰ 2 ਨਾਲ ਡਿਵਾਈਡ ਕੀਤਾ 2662, ਫਿਰ 2 ਨਾਲ ਡਿਵਾਈਡ ਕੀਤਾ 1331 ਆ ਗਿਆ। 1331 ਹਮੇਸ਼ਾ ਯਾਦ ਰੱਖਣਾ, ਇਹ ਉਹ ਨੰਬਰ ਹੈ ਜਿਹੜਾ ਸਿੱਧਾ 11 ਨਾਲ ਆਉਂਦਾ। 11 ਗੁਣਾ 11 ਗੁਣਾ 11 ਨਾਲ ਬਣਦਾ ਹੈ। ਅਤੇ ਇਹਨੂੰ ਜਦੋਂ ਤੁਸੀਂ 11 ਨਾਲ ਡਿਵਾਈਡ ਕਰੋਗੇ 121, 11 ਨੂੰ ਫਿਰ 11 ਗੁਣਾ 11 121 ਹੁੰਦਾ, ਫਿਰ 11 ਏਕਮ 11। ਤਾਂ ਤੁਸੀਂ ਘਨਮੂਲ ਪਤਾ ਕਰਨਾ ਸੀ 10,648 ਦਾ। 10,648 ਅਤੇ ਇੱਧਰ ਵੀ ਘਨਮੂਲ ਪਾ ਲਿਆ ਨਿਸ਼ਾਨ ਰਾਈਟ ਸਾਈਡ 'ਤੇ ਵੀ, ਅਤੇ ਬਰਾਬਰ ਵਿੱਚ ਪਾ ਦੇਣਾ। ਹੁਣ ਇੱਥੇ 10,648 ਨੂੰ ਕਿਵੇਂ ਤੋੜ ਕੇ ਲਿਖਣਾ? 1 2 3, 3 ਵਾਰੀ 2, 3 ਵਾਰੀ 11, ਇਹਦਾ ਮਤਲਬ 22। ਇਹਦਾ ਮਤਲਬ 22 ਨੂੰ 3 ਵਾਰ ਗੁਣਾ ਕਰੇ ਅਤੇ 10,648 ਆਉਂਦਾ। ਮਤਲਬ 22 ਦਾ ਘਨ ਕੀ ਹੋ ਗਿਆ? 22 ਦਾ ਕਿਊਬ ਹੈ 10,648, 10,648, ਅਤੇ ਇਹਦਾ ਘਨ ਕੀ ਆਏਗਾ? ਘਨਮੂਲ ਕਿਊਬ ਰੂਟ 22। ਇਜ਼ ਇਟ ਓਕੇ? ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਸ ਸਵਾਲ ਸਮਝ ਲੱਗ ਗਏ ਹੋਣਗੇ। ਨੈਕਸਟ ਦੇਖੋ 13,824 ਇੱਕ ਸਵਾਲ ਰਹਿ ਗਿਆ ਸੀ, ਉਹ ਵੀ ਇੱਦਾਂ ਹੀ ਹੈ। 2 ਨਾਲ ਡਿਵਾਈਡ ਕੀਤਾ 6912, ਕਿਉਂਕਿ ਮੈਨੂੰ ਪਤਾ ਲੱਗ ਜਾਂਦਾ ਐਂਡ ਵਾਲਾ ਅਕਸ਼ਰ 2 ਦੇ ਪਹਾੜੇ 'ਚ। ਪਹਾੜੇ ਇਹੀ ਲੱਗਣੇ ਬੇਟਾ ਪ੍ਰਾਈਮ ਫੈਕਟਰਾਈਜੇਸ਼ਨ। ਤੁਹਾਨੂੰ ਪਤਾ ਪ੍ਰਾਈਮ ਨੰਬਰ ਤੁਹਾਨੂੰ ਪਿਛਲੀ ਵਾਰ ਵੀ ਦੱਸਿਆ ਸੀ 6th ਲੈਸਨ ਵੀ 2 3 5 7 11, ਉਸ ਤੋਂ ਬਾਅਦ 13, ਤਾਂ ਪਹਿਲਾਂ 2 ਦੇ ਨਾਲ ਡਿਵਾਈਡ ਹੋ ਜਾਂਦਾ ਕਿਉਂਕਿ ਐਂਡ ਵਾਲਾ ਅਕਸ਼ਰ 2 ਦੇ ਨਾਲ ਆਉਂਦਾ। ਇਸ ਤਰ੍ਹਾਂ ਜਦੋਂ ਐਂਡ ਵਾਲਾ ਅਕਸ਼ਰ 2 ਦੇ ਨਾਲ ਆਈ ਜਾਂਦਾ, ਮੈਂ 2 ਨਾਲ ਡਿਵਾਈਡ ਕਰੀ ਜਾ ਰਹੀ ਹਾਂ। ਜਦੋਂ ਇਹ 54 ਆ ਗਿਆ, ਫਿਰ 27 ਆ ਗਿਆ। ਹੁਣ ਐਂਡ ਵਾਲਾ ਅਕਸ਼ਰ ਦੇਖਿਆ ਜਦੋਂ ਮੈਂ 2 ਦੇ ਟੇਬਲ 'ਚ ਨਹੀਂ ਆਉਂਦਾ, ਫਿਰ ਮੈਂ 3 ਦਾ ਪਹਾੜਾ ਚੱਕ ਕੀਤਾ, 3 ਆਇਆ 27, ਫਿਰ 3 ਤੀਆ 9, ਫਿਰ 3 ਏਕਮ 3। ਤਾਂ ਅਸੀਂ 13,824 ਦੇ ਘਨਮੂਲ ਕੱਢਣਾ ਸੀ, ਅਤੇ ਘਨਮੂਲ ਪਾ ਲਿਆ। ਕਿੰਨੀ ਵਾਰ 2 ਹੈ? 1 2 3 4 5 6 7 8 9, 9 ਵਾਰੀ ਹੈ। 1 2 3 4 5 6 7 8 9, 3 ਕਿੰਨੀ ਵਾਰੀ ਹੈ? 3 ਵਾਰੀ। ਤਾਂ 2 3 ਦੋਆਂ ਦੇ ਇੱਕ ਬਾਹਰ, ਇੱਧਰੋਂ ਵੀ 3 ਟ੍ਰਿਪਲੇਟ, ਲਾਲ ਵਾਲੇ 2 ਦਾ 1 2 ਬਾਹਰ, ਆ ਹਰੇ ਵਾਲੇ 3 2 ਨੇ, ਇਹਨਾਂ ਦਾ 1 2 ਬਾਹਰ, ਅਤੇ ਕਾਲੇ ਵਾਲੇ 3 ਨੇ 3, ਅਤੇ ਇਹਨਾਂ ਦੇ 1 3 ਬਾਹਰ। ਜੋ ਤੁਸੀਂ ਇਹਨਾਂ ਨੂੰ ਮਲਟੀਪਲਾਈ ਕਰੋਗੇ ਤਾਂ 24 ਆ ਜਾਏਗਾ। 2 ਦੂਣੀ 4, 4 ਦੂਣੀ 8, 8 ਤੀਆ 24। ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਸਵਾਲ ਸਮਝ ਆ ਗਏ ਹੋਣਗੇ। ਥੈਂਕ ਯੂ।